ਤੁਹਾਨੂੰ ਕੀ ਲੱਗਦਾ कि होम लोन का ब्याज कितना मिल जाए 9% 9.25%। वैसे की फर्क पैंदा है 0.25% ਦੇ ਨਾਲ। पर ਕੀ ਤੁਹਾਨੂੰ ਪਤਾ ਕਿ ਜੇ ਤੁਸੀਂ 70 ਲੱਖ ਦਾ ਲੋਨ ਲੈ ਰਹੇ ਹੋ ਤੇ ਉਸ ਲੋਨ ਦੇ ਵਿਆਜ ਨੂੰ ਜੇਕਰ 0.20% ਨਾਲ ਵੀ ਵਧਾ ਦਿੱਤਾ ਜਾਵੇ ਨਾ ਤਾਂ ਜਿੰਨਾ ਤੁਸੀਂ ਬੈਂਕ ਨੂੰ ਵਾਪਸ ਕਰਨਾ ਉਹਦੇ ਵਿੱਚ 5 ਲੱਖ ਰੁਪਏ ਵੱਧ ਜਾਏਗਾ। ਸੋਚ ਕੇ ਦੇਖੋ 5 ਲੱਖ ਰੁਪਏ ਵੱਧ ਜਾਣਾ ਸਿਰਫ 0.20% ਦੇ ਹਿਸਾਬ ਨਾਲ ਹੀ। ਇਸ ਲਈ ਜੋ ਤੁਸੀਂ ਹੋਮ ਲੋਨ ਲੈਣ ਜਾਂਦੇ ਹੋ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਕਿ ਕਿਸੇ ਵਧੀਆ ਇੰਟਰਸਟ ਰੇਟ ਤੇ ਹੋਮ ਲੋਨ ਮਿਲ ਜਾਏ, ਕਿਉਂਕਿ ਜਦੋਂ ਅਸੀਂ ਹੋਮ ਲੋਨ ਲੈਂਦੇ ਹਾਂ ਅਸੀਂ 25-30 ਸਾਲਾਂ ਲਈ ਕਿਸੇ ਬੈਂਕ ਨਾਲ ਬੰਨੇ ਜਾਂਦੇ ਹਾਂ। ਇਸ ਲਈ ਸਿਰਫ ਇਹੀ ਚੈੱਕ ਕਰਨਾ ਜ਼ਰੂਰੀ ਨਹੀਂ ਹੈ ਕਿ ਬੈਂਕ ਵਧੀਆ ਹੋਵੇ, ਉਹਦਾ ਵਿਆਜ ਹੀ ਵਧੀਆ ਹੋਵੇ, ਉਹਦੀ ਕਸਟਮਰ ਸਰਵਿਸ ਤੇ ਉਹਦੇ ਬਾਕੀ ਚਾਰजेस ਵੀ ਠੀਕ ਠਾਕ ਹੋਣੇ ਚਾਹੀਦੇ ਆ। ਪਰ ਹੁਣ ਇੰਨੇ ਸਾਰੇ ਬੈਂਕਾਂ ਦਾ ਇਹ ਡਾਟਾ ਕੰਪੇਅਰ ਕਿਵੇਂ ਕਰਾਂਗੇ? ਤਾਂ ਉਹ ਚੀਜ਼ਾਂ ਤੋਂ ਹੀ ਸਾਡੇ ਤੇ ਛੱਡ ਦਿਓ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਟੌਪ 10 ਆਪਸ਼ਨਸ ਕੰਪੇਅਰ ਕਰਾਂਗੇ, ਜਿਵੇਂ ਕਿ ਇੰਟਰਸਟ ਰੇਟ, ਪ੍ਰੋਸੈਸਿੰਗ ਫੀਸ, ਡਾਕੂਮੈਂਟ ਰਿਕੁਆਇਰਡ, ਜਿਹਦੇ ਨਾਲ ਕਿ ਤੁਸੀਂ ਬੈਸਟ ਹੋਮ ਲੋਨ ਆਫਰ ਲੈ ਸਕਦੇ ਹੋ। ਹੁਣ ਇੱਥੇ ਜੇਕਰ ਤੁਸੀਂ ਦੇਖੋਗੇ ਕਿ ਜੇਕਰ ਤੁਸੀਂ ਹੋਮ ਲੋਨ ਲੈਣ ਜਾਂਦੇ ਹੋ ਤੇ ਤੁਸੀਂ ਫਿਕਸ ਇੰਟਰਸਟ ਰੇਟ ਲੈਂਦੇ ਹੋ ਬੈਂਕ ਤੋਂ, ਤਾਂ ਬੈਂਕ ਤੁਹਾਨੂੰ ਕਾਫੀ ਜ਼ਿਆਦਾ ਇੰਟਰਸਟ ਰੇਟ ਚਾਰਜ ਕਰਦੇ ਆ, ਕਿਉਂਕਿ ਫਿਕਸ ਇੰਟਰਸਟ ਰੇਟ ਦਾ ਮਤਲਬ ਹੈ ਕਿ ਤੁਹਾਡਾ ਇੰਟਰਸਟ ਰੇਟ ਚੇਂਜ ਨਹੀਂ ਹੋਏਗਾ। ਐਟਲੀਸਟ ਬੈਂਕ ਤਾਂ ਇਹੀ ਕਹਿੰਦੇ ਆ, ਬਟ ਮੈਂ ਤੁਹਾਨੂੰ ਇੱਕ ਸੀਕ੍ਰੇਟ ਦੱਸਦਾ ਕਿ ਇਹ ਚੀਜ਼ ਸੱਚ ਨਹੀਂ ਹੈ। 2 ਸਾਲ ਬਾਅਦ ਬੈਂਕ ਤੁਹਾਡਾ ਇੰਟਰਸਟ ਰੇਟ ਆਪਣੇ ਆਪ ਹੀ ਚੇਂਜ ਕਰ ਸਕਦੇ ਆ। ਇਹ ਸਾਰੀਆਂ ਚੀਜ਼ਾਂ ਬੈਂਕ ਆਪਣੇ ਐਗਰੀਮੈਂਟ ਦੇ ਵਿੱਚ ਮੈਂਸ਼ਨ ਵੀ ਕਰਦਾ ਹੈ, ਬਟ ਅਸੀਂ ਪੜ੍ਹਦੇ ਹੀ ਨਹੀਂ ਹੈ ਕਦੇ। ਐਨੀ ਹਾਊ ਜੇਕਰ ਫਲੋਟਿੰਗ ਇੰਟਰਸਟ ਰੇਟ ਦੀ ਗੱਲ ਕੀਤੀ ਜਾਵੇ ਤਾਂ ਉਹ ਤੁਹਾਨੂੰ 8.5% ਤੋਂ ਲੈ ਕੇ 11-12% ਤੱਕ ਮਿਲ ਜਾਂਦਾ ਹੈ। ਜੇਕਰ ਤੁਹਾਡਾ ਕ੍ਰੈਡਿਟ ਸਕੋਰ 800 ਤੋਂ ਉੱਪਰ ਹੈ ਤਾਂ ਤੁਹਾਨੂੰ 8.5% ਦੇ ਹਿਸਾਬ ਨਾਲ ਵਿਆਜ ਰੇਟ ਮਿਲ ਜਾਏਗਾ, ਤੇ ਜੇਕਰ ਤੁਹਾਡਾ ਕ੍ਰੈਡਿਟ ਸਕੋਰ 650 ਤੋਂ ਘੱਟ ਹੈ ਤਾਂ ਤੁਹਾਨੂੰ 12% ਦੇ ਹਿਸਾਬ ਨਾਲ ਇੰਟਰਸਟ ਰੇਟ ਲੱਗੇਗਾ। ਸੋ ਇਸ ਡਾਟੇ ਦੇ ਅਕੋਰਡਿੰਗ HDFC ਤੇ LIC ਦੋਨੋਂ ਹੀ ਸਭ ਤੋਂ ਘੱਟ ਇੰਟਰਸਟ ਰੇਟ ਚਾਰਜ ਕਰਦੇ ਆ, ਤੇ ਉਸ ਤੋਂ ਬਾਅਦ ਆਉਂਦਾ ਟਾਟਾ ਕੈਪੀਟਲ। ਬਟ ਮੈਂ ਤੁਹਾਨੂੰ ਇੱਥੇ ਇੱਕ ਰਾਜ ਦੀ ਗੱਲ ਦੱਸਦਾ ਕਿ ਜੇਕਰ ਤੁਹਾਨੂੰ ਪਹਿਲੇ ਬੈਂਕ ਤੋਂ 8.5% ਦਾ ਵਿਆਜ ਰੇਟ ਆਫਰ ਹੋ ਰਿਹਾ ਤੇ ਦੂਜੇ ਬੈਂਕ ਤੋਂ 8.80 ਦਾ ਵਿਆਜ ਰੇਟ ਆਫਰ ਹੋ ਰਿਹਾ ਤੇ ਤੁਹਾਡਾ ਦਿਲ ਕਹਿੰਦਾ ਕਿ ਯਾਰ ਤੁਹਾਨੂੰ ਦੂਜੇ ਬੈਂਕ ਤੋਂ ਹੀ ਲੋਨ ਲੈਣਾ ਹੈ, ਤਾਂ ਤੁਸੀਂ ਪਹਿਲੇ ਬੈਂਕ ਦਾ ਆਫਰ ਲੈਟਰ ਆਪਣੇ ਦੂਜੇ ਬੈਂਕ ਨੂੰ ਦਿਖਾ ਸਕਦੇ ਹੋ, ਤੇ 90% ਕੇਸਿਸ ਦੇ ਵਿੱਚ ਤੁਹਾਡਾ ਦੂਜਾ ਬੈਂਕ ਆਪਣਾ ਇੰਟਰਸਟ ਰੇਟ ਘਟਾ ਕੇ 8.5% ਕਰ ਹੀ ਦੇਗਾ। ਬਟ ਇਸ ਚੀਜ਼ ਦਾ ਵੀ ਖਾਸ ਖਿਆਲ ਰੱਖਣਾ ਹੈ ਕਿ ਤੁਸੀਂ ਹੋਮ ਲੋਨ ਦੇ ਲਈ ਹਰ ਇੱਕ ਬੈਂਕ ਦੇ ਵਿੱਚ ਟਰਾਈ ਨਹੀਂ ਕਰਨਾ, ਕਿਉਂਕਿ ਹੋਮ ਲੋਨ ਦੇ ਵਿੱਚ ਬੈਂਕ ਤੁਹਾਡੇ ਸਿਬਲ ਦੇ ਲਈ ਹਾਰਡ ਇਨਕੁਆਇਰੀ ਭੇਜਦਾ ਹੈ, ਤੇ ਹਾਰਡ ਇਨਕੁਆਇਰੀ ਦੇ ਨਾਲ ਤੁਹਾਡਾ ਸਿਬਲ ਸਕੋਰ ਟੈਂਪਰੇਰੀਲੀ ਡਾਊਨ ਹੋ ਜਾਂਦਾ ਹੈ। ਹੁਣ ਤੁਹਾਨੂੰ ਇੱਥੇ ਇਹ ਤਾਂ ਪਤਾ ਲੱਗ ਹੀ ਗਿਆ ਕਿ ਟੌਪ ਦੇ 3 ਤੋਂ 4 ਆਪਸ਼ਨਸ ਕਿਹੜੇ ਆ, ਤੇ ਕੋਸ਼ਿਸ਼ ਇਹੀ ਕਰਨੀ ਹੈ ਕਿ 3-4 ਬੈਂਕਾਂ ਤੋਂ ਵੱਧ ਨੈਗੋਸ਼ੀਏਟ ਨਾ ਹੀ ਕਰੋ। ਹੁਣ ਇਹ ਤਾਂ ਹੋ ਗਈ ਇੰਟਰਸਟ ਰੇਟ ਦੀ ਗੱਲ। ਹੁਣ ਸਾਨੂੰ ਇਹ ਵੀ ਪਤਾ ਕਿ ਹਰ ਇੱਕ ਬੈਂਕ ਪ੍ਰੋਸੈਸਿੰਗ ਫੀਸ ਅਲੱਗ-ਅਲੱਗ ਚਾਰਜ ਕਰਦਾ ਹੈ, ਤਾਂ ਇੱਕ ਵਾਰੀ ਉਹਦੇ ਤੇ ਵੀ ਨਜ਼ਰ ਮਾਰ ਲੈਂਦੇ ਹਾਂ। ਇੱਕ ਵਾਰ ਫਿਰ ਤੋਂ ਜੇਕਰ ਦੇਖਿਆ ਜਾਵੇ ਤਾਂ ਇੱਥੇ ਵੀ HDFC ਤੇ LIC ਹਾਊਸਿੰਗ ਫਾਈਨਾਂਸ ਸਭ ਤੋਂ ਘੱਟ ਪ੍ਰੋਸੈਸਿੰਗ ਫੀਸ ਚਾਰਜ ਕਰਕੇ, ਤੇ ਉਸ ਤੋਂ ਬਾਅਦ ਆਉਂਦੇ ਆ ਟਾਟਾ ਕੈਪੀਟਲ ਤੇ IDBI। ਜਿਵੇਂ ਤੁਸੀਂ ਲੋਨ ਦੇ ਇੰਟਰਸਟ ਰੇਟ ਨੂੰ ਨੈਗੋਸ਼ੀਏਟ ਕਰ ਸਕਦੇ ਹੋ, ਉਸੇ ਤਰੀਕੇ ਨਾਲ ਤੁਸੀਂ ਪ੍ਰੋਸੈਸਿੰਗ ਫੀਸ ਦੇ ਵਿੱਚ ਵੀ ਨੈਗੋਸ਼ੀਏਟ ਕਰ ਸਕਦੇ ਹੋ। ਅਸੀਂ ਇਦਾਂ ਦੇ ਬਹੁਤ ਸਾਰੇ ਕੇਸਿਸ ਦੇਖੇ ਆ ਜਿੱਥੇ ਪ੍ਰੋਸੈਸਿੰਗ ਫੀਸ ਬਿਲਕੁਲ ਜ਼ੀਰੋ ਚਾਰਜ ਕੀਤੀ ਜਾਂਦੀ ਹੈ। ਸੋ ਇਹ ਚੀਜ਼ ਟੋਟਲੀ ਤੁਹਾਡੀ ਨੈਗੋਸ਼ੀਏਸ਼ਨ ਤੇ ਡਿਪੈਂਡ ਕਰਦੀ ਹੈ। ਹੁਣ ਇਹ ਸਾਰੀਆਂ ਚੀਜ਼ਾਂ ਤਾਂ ਦੇਖ ਲਈਆਂ, ਬਟ ਇਸ ਤੋਂ ਬਾਅਦ ਇਹ ਚੀਜ਼ ਦੇਖਣੀ ਬਹੁਤ ਜ਼ਰੂਰੀ ਹੈ ਕਿ ਬੈਂਕ ਤੋਂ ਸਾਨੂੰ ਮੈਕਸਿਮਮ ਕਿੰਨੇ ਅਮਾਉਂਟ ਤੱਕ ਦਾ ਲੋਨ ਮਿਲ ਸਕਦਾ ਹੈ ਤੇ ਮੈਕਸਿਮਮ ਕਿੰਨੇ ਟਾਈਮ ਤੱਕ ਲਈ ਮਿਲ ਸਕਦਾ ਹੈ। ਕੁਝ ਬੈਂਕਾਂ ਜਿਵੇਂ ਕਿ ਇੰਡੀਅਨ ਓਵਰਸੀਜ਼ ਤੇ PNB ਹਾਊਸਿੰਗ ਫਾਈਨਾਂਸ ਬੈਂਕਾਂ ਨੇ ਆਪਣਾ ਇਹ ਡਾਟਾ ਨਹੀਂ ਦਿੱਤਾ ਹੋਇਆ। ਉਸ ਤੋਂ ਬਾਅਦ ਜੇਕਰ ਤੁਸੀਂ ਬਾਕੀ ਦੇਖੋ ਤਾਂ ਤੁਹਾਨੂੰ 4 ਤੋਂ 5 ਕਰੋੜ ਰੁਪਏ ਦਾ ਹੋਮ ਲੋਨ ਬੜੀ ਆਸਾਨੀ ਨਾਲ ਮਿਲ ਸਕਦਾ ਹੈ, ਜਿਹਦੇ ਵਿੱਚ ਤੁਹਾਨੂੰ 25 ਤੋਂ 30 ਸਾਲ ਤੱਕ ਦਾ ਟਾਈਮ ਬੜੇ ਆਰਾਮ ਨਾਲ ਮਿਲ ਜਾਂਦਾ ਹੈ। ਹੁਣ ਇੱਥੇ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਹੋਮ ਲੋਨ ਦੇ ਲਈ ਕਿਹੜੇ-ਕਿਹੜੇ ਡਾਕੂਮੈਂਟ ਜ਼ਰੂਰੀ ਹੈ। ਵੈਸੇ ਤਾਂ ਇਹਦੀ ਬਹੁਤ ਲੰਬੀ ਲਿਸਟ ਹੈ, ਬਟ ਮੈਂ ਤੁਹਾਨੂੰ ਇੱਕ ਬਰੀਫ ਦੇ ਦੇਣਾ। ਦੇਖੋ ਇਹਨਾਂ ਵਿੱਚੋਂ ਕੁਝ ਹੁੰਦੇ ਯੂਜ਼ੁਅਲ ਡਾਕੂਮੈਂਟ, ਜਿਵੇਂ ਕਿ ਐਪਲੀਕੇਸ਼ਨ ਫਾਰਮ, ਪੈਨ ਕਾਰਡ, ਐਡਰੈਸ ਪ੍ਰੂਫ, ਡੇਟ ਆਫ ਬਰਥ ਪ੍ਰੂਫ, ਇਹ ਸਾਰੀਆਂ ਚੀਜ਼ਾਂ। ਇਸ ਤੋਂ ਬਾਅਦ ਹੁੰਦੇ ਤੁਹਾਡੇ ਇਨਕਮ ਪ੍ਰੂਫ, ਜਿਹਦੇ ਵਿੱਚ ਸੈਲਰੀ ਸਲਿੱਪ, ਬੈਂਕ ਅਕਾਊਂਟ ਸਟੇਟਮੈਂਟ, ਫਾਰਮ 16 ਵਗੈਰਾ। ਇਸ ਤੋਂ ਇਲਾਵਾ ਤੁਹਾਨੂੰ ਕੁਝ ਘਰ ਦੇ ਡਾਕੂਮੈਂਟਸ ਵੀ ਚਾਹੀਦੇ ਹੋਣਗੇ, ਜਿਵੇਂ ਕਿ ਸੇਲ ਡੀਡ, ਪੋਜੈਸ਼ਨ ਲੈਟਰ ਤੇ ਵੈਲਿਊਏਸ਼ਨ ਸਰਟੀਫਿਕੇਟ ਵਗੈਰਾ। ਹੁਣ ਬ੍ਰੌਡਲੀ ਇਹੀ ਕੁਝ ਡਾਕੂਮੈਂਟਸ ਨੇ ਜੋ ਬੈਂਕ ਤੁਹਾਡੇ ਤੋਂ ਹੋਮ ਲੋਨ ਵੇਲੇ ਮੰਗਦੇ ਆ, ਪਰ ਫਰਕ ਸਿਰਫ ਇੱਥੇ ਆ ਜਾਂਦਾ ਹੈ ਕਿ ਇਹਨਾਂ ਡਾਕੂਮੈਂਟਸ ਦੀ ਲੀਗਲ ਵੈਰੀਫਿਕੇਸ਼ਨ ਲਈ ਪੈਸੇ ਲੱਗਦੇ ਆ। ਉਹ ਪੈਸੇ ਜਾਂ ਤਾਂ ਬੈਂਕ ਤੁਹਾਡੇ ਤੋਂ ਅਲੱਗ ਤੋਂ ਲੈਂਦਾ ਜਾਂ ਫਿਰ ਤੁਹਾਡੀ ਪ੍ਰੋਸੈਸਿੰਗ ਫੀਸ ਦੇ ਵਿੱਚ ਇਨਕਲੂਡ ਕਰ ਦਿੰਦਾ, ਤਾਂ ਉਹਦੇ ਤੇ ਵੀ ਇੱਕ ਵਾਰੀ ਨਜ਼ਰ ਮਾਰ ਲੈਣਾ। ਹੁਣ ਇੱਥੇ ਤੁਹਾਨੂੰ ਅਸੀਂ ਅਦਰ ਚਾਰजेस ਦੇ ਨਾਲ ਪ੍ਰੋਸੈਸਿੰਗ ਫੀਸ ਵੀ ਦਿਖਾ ਦਈਏ ਤਾਂ ਕਿ ਮਾਈਂਡ ਦੇ ਵਿੱਚ ਇੱਕ ਕੰਪਲੀਟ ਪਿਕਚਰ ਬਣ ਜਾਏ। ਹੁਣ ਇੱਥੇ ਸਾਨੂੰ ਬ੍ਰੌਡਲੀ ਇਹੀ ਸਮਝ ਆ ਰਿਹਾ ਕਿ ਜਿਹੜੇ ਬੈਂਕ ਸਾਡੇ ਤੋਂ ਲੀਗਲ ਚਾਰजेस ਨਹੀਂ ਲੈ ਰਹੇ ਉਹਨਾਂ ਦੀ ਪ੍ਰੋਸੈਸਿੰਗ ਫੀਸ ਕਾਫੀ ਹਾਈ ਹੈ, ਜਿਵੇਂ ਕਿ ਐਕਸਿਸ ਬੈਂਕ, HSBC ਬੈਂਕ, ਫੈਡਰਲ ਬੈਂਕ ਵਗੈਰਾ। HSBC ਦੇ ਵਿੱਚ ਤਾਂ ਕੁਝ ਹੋਰ ਹੀ ਚੱਲ ਰਿਹਾ, ਇਹ ਸਾਡੇ ਤੋਂ ਐਨੂਅਲ ਫੀਸ 1% ਤੇ ਕਮਿਟਮੈਂਟ ਫੀਸ ਵੀ 1% ਚਾਰਜ ਕਰ ਰਿਹਾ। ਇਹ ਚੀਜ਼ ਤਾਂ ਮੈਂ ਹੋਰ ਕਿਸੇ ਬੈਂਕ 'ਚ ਵੀ ਨਹੀਂ ਦੇਖੀ। ਤੇ ਜਿੰਨਾ ਬੈਂਕਾਂ ਦੀ ਪ੍ਰੋਸੈਸਿੰਗ ਫੀਸ ਘੱਟ ਹੈ, ਜਿਵੇਂ ਕਿ HDFC ਹੋ ਗਿਆ, LIC ਹਾਊਸਿੰਗ ਫਾਈਨਾਂਸ, ਟਾਟਾ ਕੈਪੀਟਲ, ਉਹ ਅਲੱਗ ਤੋਂ ਲੀਗਲ ਚਾਰजेस ਲੈ ਰਹੇ ਹੈ। ਬਟ ਇੱਥੇ HDFC ਤੇ ਟਾਟਾ ਕੈਪੀਟਲ ਦੀ ਫੀਸ ਨੈਗੋਸ਼ੀਏਬਲ ਹੈ। ਅਸੀਂ ਇਦਾਂ ਦੇ ਬਹੁਤ ਸਾਰੇ ਕੇਸਿਸ ਦੇਖੇ ਆ ਜਿੱਥੇ ਸਿਰਫ 1500-2000 ਰੁਪਏ ਦੇ ਵਿੱਚ ਪੂਰੇ ਦਾ ਪੂਰਾ ਲੋਨ ਸੈਂਕਸ਼ਨ ਹੋ ਜਾਂਦਾ ਹੈ। ਸੋ ਇਹ ਚੀਜ਼ ਟੋਟਲੀ ਡਿਪੈਂਡ ਕਰਦੀ ਹੈ ਤੁਹਾਡੀ ਬਾਰਗੇਨਿੰਗ ਪਾਵਰ ਤੇ ਕਿ ਤੁਸੀਂ ਨੈਗੋਸ਼ੀਏਟ ਕਰਕੇ ਕਿਸੇ ਬੈਂਕ ਤੋਂ ਕਿੰਨਾ ਵਧੀਆ ਆਫਰ ਲੈ ਸਕਦੇ ਹੋ। ਹੁਣ ਇੱਥੇ ਜੇਕਰ ਦੇਖਿਆ ਜਾਵੇ ਤਾਂ IDBI, PNB ਹਾਊਸਿੰਗ ਤੇ ਇੰਡੀਅਨ ਓਵਰਸੀਜ਼ ਬੈਂਕ ਦੀ ਪ੍ਰੋਸੈਸਿੰਗ ਫੀਸ ਤਾਂ ਜ਼ਿਆਦਾ ਹੈ ਹੀ ਹੈ, ਤੇ ਨਾਲ ਦੀ ਨਾਲ ਅਦਰ ਚਾਰजेस ਵੀ ਕਾਫੀ ਹਾਈ ਹੈ। SBI ਨੇ ਪ੍ਰੋਸੈਸਿੰਗ ਫੀਸ ਦੀ ਕਾਫੀ ਬ੍ਰੌਡ ਰੇਂਜ ਦਿੱਤੀ ਹੈ, ਤੇ ਇਹਦੇ ਨਾਲ ਇਹਨਾਂ ਦੇ ਅਦਰ ਚਾਰजेस ਵੀ ਕਾਫੀ ਹੱਦ ਤੱਕ ਨੈਗੋਸ਼ੀਏਬਲ ਹੈ। ਸੋ ਇੱਥੇ ਵੀ ਤੁਹਾਨੂੰ ਇੱਕ ਕਾਫੀ ਵਧੀਆ ਡੀਲ ਮਿਲ ਸਕਦੀ ਹੈ। ਸੋ ਸਾਰਾ ਕੁਝ ਕਰਾ ਕੇ ਸਾਡੇ ਕੋਲ 5 ਕੰਪਨੀਆਂ ਬਚੀਆਂ ਨੇ, LIC ਹਾਊਸਿੰਗ ਫਾਈਨਾਂਸ, ਟਾਟਾ ਕੈਪੀਟਲ, HDFC, SBI ਤੇ ਫੈਡਰਲ ਬੈਂਕ। ਹੁਣ ਇਹ ਉਹ ਪੁਆਇੰਟ ਹੈ ਜਿੱਥੋਂ ਤੱਕ ਸਾਡੀ ਰਿਸਰਚ ਨੇ ਕੰਮ ਕੀਤਾ। ਇਸ ਤੋਂ ਬਾਅਦ ਬੈਸਟ ਹੋਮ ਲੋਨ ਲੈਣ ਦੇ ਵਿੱਚ ਸਾਰੇ ਦਾ ਸਾਰਾ ਰੋਲ ਹੋਏਗਾ ਤੁਹਾਡਾ, ਤੇ ਜੇਕਰ ਤੁਸੀਂ ਇਹਨਾਂ ਬੈਂਕਾਂ ਤੋਂ ਬੈਸਟ ਆਫਰ ਚਾਹੁੰਦੇ ਹੋ ਹੋਮ ਲੋਨ ਦੇ ਲਈ ਤਾਂ ਤੁਹਾਨੂੰ ਇਹ 3 ਕੰਮ ਕਰਨੇ ਪੈਣਗੇ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਇੱਕ ਬੈਂਕ ਨਾਲ ਵਧੀਆ ਤਰੀਕੇ ਨਾਲ ਨੈਗੋਸ਼ੀਏਟ ਕਰਕੇ ਨਾ ਆਫਰ ਲੈਟਰ ਲੈ ਲਓ, ਜਿਹਦੇ ਵਿੱਚ ਸਿਰਫ ਤੁਸੀਂ ਇੰਟਰਸਟ ਰੇਟ ਹੀ ਘੱਟ ਨਹੀਂ ਕਰਾਉਣਾ,
ਬਲਕਿ ਬਾਕੀ ਚਾਰजेस ਜਿਵੇਂ ਕਿ ਪ੍ਰੀ ਪੇਮੈਂਟ, ਲੀਗਲ ਚਾਰजेस, ਇਹ ਸਾਰੀਆਂ ਚੀਜ਼ਾਂ ਵੀ ਘੱਟ ਹੋਣ ਤੇ ਬੈਂਕ ਤੋਂ ਜਿੰਨਾ ਜ਼ਿਆਦਾ ਟੈਨਿਓਰ ਮਿਲ ਸਕੇ ਉਨਾ ਹੀ ਜ਼ਿਆਦਾ ਲੈ ਲਓ, ਕਿਉਂਕਿ ਟੈਨਿਓਰ ਇੱਕ ਵਾਰੀ ਫਿਕਸ ਹੋ ਗਿਆ, ਉਸ ਤੋਂ ਬਾਅਦ ਤੁਸੀਂ ਘਟਵਾ ਤਾਂ ਸਕਦੇ ਹੋ ਬਟ ਵਧਾ ਨਹੀਂ ਸਕਦੇ। ਉਸ ਤੋਂ ਬਾਅਦ ਦੂਜੇ ਨੰਬਰ ਦਾ ਕੰਮ ਹੈ ਕਿ ਇਸ ਆਫਰ ਦੇ ਨਾਲ ਇਹ ਦੇਖੋ ਕਿ ਬਾਕੀ ਬੈਂਕ ਤੁਹਾਨੂੰ ਕੀ ਐਡੀਸ਼ਨਲ ਫੀਚਰ ਆਫਰ ਕਰ ਰਹੀ ਹੈ। SBI ਦੇ ਵਿੱਚ ਤੁਹਾਨੂੰ ਫਲੈਕਸੀ ਪੇ ਦਾ ਆਪਸ਼ਨ ਮਿਲ ਜਾਂਦਾ ਹੈ, ਜਿਹਦੇ ਵਿੱਚ ਤੁਹਾਡੇ ਹੋਮ ਲੋਨ ਦੇ ਨਾਲ ਤੁਹਾਡਾ ਇੱਕ ਓਵਰਡਰਾਫਟ ਅਕਾਊਂਟ ਵੀ ਖੁੱਲ ਜਾਂਦਾ ਹੈ, ਜੋ ਕਿ ਇੱਕ ਕ੍ਰੈਡਿਟ ਲਾਈਨ ਦੀ ਤਰ੍ਹਾਂ ਕੰਮ ਕਰਦਾ ਹੈ, ਜਿਹਦਾ ਫਾਇਦਾ ਇਹ ਹੈ ਕਿ ਤੁਹਾਨੂੰ ਕਾਫੀ ਫਲੈਕਸੀਬਿਲਿਟੀ ਮਿਲ ਜਾਂਦੀ ਹੈ। ਮੰਨ ਲਓ ਕਿਸੇ ਮਹੀਨੇ ਤੁਹਾਡੇ ਕੋਲ 1-2 ਲੱਖ ਰੁਪਏ ਐਕਸਟਰਾ ਆ ਗਏ ਤਾਂ ਤੁਸੀਂ ਉਹ ਸਾਰੇ ਪੈਸੇ ਆਪਣੇ ਓਵਰਡਰਾਫਟ ਅਕਾਊਂਟ ਦੇ ਵਿੱਚ ਰੱਖ ਸਕਦੇ ਹੋ ਤੇ ਤੁਹਾਡੇ ਲੋਨ ਅਮਾਉਂਟ ਦੇ ਵਿੱਚੋਂ ਉਨੇ ਪੈਸੇ ਘੱਟ ਹੋ ਜਾਣਗੇ, ਉਹ ਵੀ ਬਿਨਾਂ ਕਿਸੇ ਪੈਨਲਟੀ ਦੇ। ਤੇ ਤੀਸਰਾ ਕੰਮ ਹੈ ਜੋ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ ਕਿ ਆਪਣੇ ਲੋਨ ਐਗਰੀਮੈਂਟ ਨੂੰ ਬਹੁਤ ਹੀ ਜ਼ਿਆਦਾ ਧਿਆਨ ਨਾਲ ਪੜ੍ਹੋ। ਹੁਣ ਇੱਕ ਗੱਲ ਤਾਂ ਪੱਕਾ ਪਤਾ ਹੈ ਕਿ ਇਹ ਜਿਹੜਾ ਹੋਮ ਲੋਨ ਐਗਰੀਮੈਂਟ ਹੁੰਦਾ ਹੈ ਬਹੁਤ ਜ਼ਿਆਦਾ ਕੰਪਲਿਕੇਟਡ ਹੁੰਦਾ ਹੈ, ਬਟ ਫਿਰ ਵੀ ਜੇਕਰ ਤੁਹਾਨੂੰ ਕੁਝ ਵੀ ਸਮਝ ਨਾ ਲੱਗੇ ਤਾਂ ਸਾਨੂੰ ਨੀਚੇ ਇਸ ਵੀਡੀਓ 'ਚ ਕਮੈਂਟ ਕਰ ਸਕਦੇ ਹੋ ਜਾਂ ਫਿਰ ਸਾਡੇ ਇੰਸਟਾਗ੍ਰਾਮ ਤੇ ਸਾਨੂੰ ਮੈਸੇਜ ਕਰ ਸਕਦੇ ਹੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਤੁਹਾਡੇ ਉਸ ਕਮੈਂਟ ਦਾ ਰਿਪਲਾਈ ਕੀਤਾ ਜਾ ਸਕੇ। ਅਸੀਂ 100 ਤੋਂ ਵੱਧ ਲੋਨ ਐਗਰੀਮੈਂਟਸ ਪੜ੍ਹੇ ਹੋਏ ਆ, ਸੋ ਸਾਨੂੰ ਇਹਨਾਂ ਦੀਆਂ ਟਰਮਸ ਵਗੈਰਾ ਦਾ ਬਹੁਤ ਚੰਗੇ ਤਰੀਕੇ ਨਾਲ ਪਤਾ ਹੈ। ਸੋ ਇਹ ਕੁਝ ਟਿਪਸ ਸੀ ਵਧੀਆ ਹੋਮ ਲੋਨ ਲੈਣ ਦੇ ਲਈ। ਬਾਕੀ ਜੇਕਰ ਤੁਹਾਡਾ ਕੋਈ ਡਾਊਟ ਜਾਂ ਕੋਈ ਸੁਜੈਸ਼ਨ ਹੈ ਤਾਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਟਿਲ ਦੈਨ ਬੀ ਕਿਫਾਇਤੀ।